ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਪਿਛਲੇ ਹਫ਼ਤੇ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਇੱਕ ਕੇਸ ਨੂੰ ਲੈ ਕੇ ਸਾਰੀ ਜਾਣਕਾਰੀ ਸ਼ੇਅਰ ਕਰਦੇ ਆ ਰਹੇ ਹਾਂ। ਭਾਵੇਂ ਉਹ ਜਾਣਕਾਰੀ ਥੋੜ੍ਹੀ ਔਖੀ ਵੀ ਹੋਏ ਸਾਡੇ ਲਈ ਸੁਣਨ ਲਈ, ਉਹਨੂੰ ਵਿਊਅਰਸ ਨਾਲ, ਕਮਿਊਨਿਟੀ ਨਾਲ ਸਾਂਝਾ ਕਰਨਾ ਸਾਡਾ ਇੱਕ ਪੱਤਰਕਾਰ ਹੋਣ ਦੇ ਨਾਤੇ ਇੱਕ ਫਰਜ਼ ਬਣਦਾ ਹੈ। ਬਟ ਮਨਦੀਪ ਕੌਰ ਦੀ ਖੁਦਕੁਸ਼ੀ ਦੇ ਵਿੱਚ ਨਾ ਕਿ ਸਿਰਫ ਇੱਕ ਕਾਨੂੰਨੀ ਪੱਖ ਡਿਸਕਸ ਕਰਨਾ ਜ਼ਰੂਰੀ ਹੈ, ਬਟ ਜੋ ਮੈਂਟਲ ਹੈਲਥ ਦਾ ਵਾਰ-ਵਾਰ ਸਵਾਲ ਉੱਠ ਰਿਹਾ ਹੈ ਕਿ ਕੀ ਮਨਦੀਪ ਕੌਰ ਡਿਪਰੈਸਡ ਸੀਗੀ, ਸੁਸਾਈਡਲ ਸੀਗੀ, ਇਸ ਕਰਕੇ ਉਹਨੇ ਇਹ ਐਕਸ਼ਨਸ ਲਿੱਤੇ, ਜਾਂ ਮਨਦੀਪ ਕੌਰ ਦੀ ਜੋ ਮੈਂਟਲ ਸਟੇਟ ਆਫ ਮਾਈਂਡ ਸੀਗੀ ਉਹ ਉਸ ਡੋਮੈਸਟਿਕ ਅਬਿਊਸ, ਉਸ ਵਾਇਲੈਂਸ ਕਰਕੇ, ਉਸ ਸਾਈਕੋਲੋਜੀਕਲ ਅਬਿਊਸ ਕਰਕੇ ਜਿਹਦਾ ਐਲਾਨ ਉਹ ਆਪ ਦੀ ਅਖੀਰਲੀ ਵੀਡੀਓਜ਼ ਕਰ ਗਏ, ਉਹਨਾਂ ਦੇ ਕਰਕੇ ਉਹਨਾਂ ਦੀ ਮੈਂਟਲ ਸਟੇਟ ਆਫ ਮਾਈਂਡ ਇੰਨੀ ਖਰਾਬ ਸੀਗੀ। ਇਨ ਐਨੀ ਕੇਸ ਇਸ ਪੱਖ ਨੂੰ ਡਿਸਕਸ ਕਰਨ ਲਈ ਅੱਜ ਸਾਡੇ ਨਾਲ ਇੱਕ ਐਕਸਪਰਟ ਜੁੜੇ ਹਨ ਸਾਡੀ ਆਪਣੀ ਕਮਿਊਨਿਟੀ ਤੋਂ। ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਆਵਰ ਗੈਸਟ ਫॉर ਟੁਨਾਈਟ, ਡਾਕਟਰ ਸੋਫੀਆ ਗਰੇਵਾਲ। ਸਭ ਤੋਂ ਪਹਿਲੇ ਡਾਕਟਰ ਗਰੇਵਾਲ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਸ਼ਮਿਤਾ, ਥੈਂਕ ਯੂ ਫॉर ਇਨਵਾਈਟਿੰਗ ਮੀ ਓਵਰ, ਈਵਨ ਦੋ ਅੱਜ ਦਾ ਮੁੱਦਾ ਜਿਹੜਾ ਹੈਗਾ ਉਹ ਬੜਾ ਦੁਖਦਾਈ ਹੈਗਾ ਜੀ। ਡਾਕਟਰ ਗਰੇਵਾਲ, ਤੁਹਾਡੀ ਕਿੰਨੇ ਸਾਲਾਂ ਦੀ ਐਕਸਪਰਟੀਜ਼ ਸਾਈਕਾਇਟਰੀ ਦੇ ਵਿੱਚ ਤੁਸੀਂ ਰੱਖਦੇ ਹੋ, ਪਲੱਸ ਤੁਸੀਂ ਸਾਡੀ ਕਮਿਊਨਿਟੀ ਦੇ ਨਾਲ ਵੀ ਵਾਕਿਫ ਹੋ, ਕਿਉਂਕਿ ਇਸ ਕੇਸ ਦੇ ਵਿੱਚ ਨਾ ਕਿ ਸਿਰਫ ਇੱਕ ਨੌਲੇਜ ਇਸ ਮੈਡੀਕਲ ਫੀਲਡ ਦੀ ਸਾਨੂੰ ਸਮਝਣੀ ਪੈਣੀ ਹੈ, ਬਟ ਸਾਡੀ ਕਮਿਊਨਿਟੀ ਦੇ ਕੁਝ ਯੂਨੀਕ ਐਟਰੀਬਿਊਟਸ ਹਨ ਜਿਹਦੇ ਕਰਕੇ ਇਹ ਸਿਚੁਏਸ਼ਨ ਇਸ ਤਰ੍ਹਾਂ ਪਲੇ ਆਊਟ ਹੋ ਰਹੀ ਹੈ। ਡਾਕਟਰ ਗਰੇਵਾਲ, ਸਭ ਤੋਂ ਪਹਿਲੇ ਕਮਿਊਨਿਟੀ ਦੇ ਨਾਲ ਸ਼ੁਰੂ ਕਰਦੇ ਹਾਂ। ਇਹ ਵੀ ਕਮਿਊਨਿਟੀ ਦਾ ਹੀ ਚੈਨਲ ਹੈ, ਤੁਸੀਂ ਵੀ ਕਾਫੀ ਕਲੋਜ਼ਲੀ ਜੁੜੇ ਹੋਏ ਹੋ। ਅਗਰ ਅਸੀਂ ਜਦੋਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ, ਟੈਬੂ, ਹੈ ਨਾ, ਕਿ ਕਿਸੇ ਚੀਜ਼ ਬਾਰੇ ਜਦੋਂ ਤੁਸੀਂ ਨਹੀਂ ਗੱਲ ਕਰਨੀ ਹੁੰਦੀ ਨਾ, ਉੱਤੇ ਪਰਦਾ ਪਾਉਣਾ ਹੁੰਦਾ, ਉਹਨੂੰ ਟੈਬੂ ਤੁਸੀਂ ਕਹਿੰਦੇ ਹੋ ਕਿ ਇਸ ਚੀਜ਼ ਤੋਂ ਅਸੀਂ ਦੂਰ ਹੀ ਰਹਿੰਦੇ ਹਾਂ। ਐਂਡ ਇੱਦਾਂ ਲੱਗਦਾ ਕਿ ਮੈਂਟਲ ਹੈਲਥ ਨੂੰ ਲੈ ਕੇ ਜ਼ਿਆਦਾਤਰ ਲੋਕੀ ਪਰਦਾ ਹੀ ਪਾਉਂਦੇ ਹੈ। ਤੁਹਾਨੂੰ ਕਿਉਂ ਲੱਗਦਾ ਹੈ ਸਾਡੀ ਕਮਿਊਨਿਟੀ ਦੇ ਵਿੱਚ ਇਸ ਚੀਜ਼ ਨੂੰ ਜ਼ਿਆਦਾ ਡਿਸਕਸ ਨਹੀਂ ਕੀਤਾ ਜਾਂਦਾ, ਜਾਂ ਅਗਰ ਇਹ ਪਾਈ ਜਾਂਦੀ ਹੈ ਸਾਡੇ ਪਰਿਵਾਰਾਂ ਦੇ ਵਿੱਚ, ਉਹਨੂੰ ਅਸੀਂ ਛੁਪਾਉਣ ਨੂੰ ਫਿਰਦੇ ਹਾਂ ਇੰਸਟੈਡ ਆਫ ਟੂ ਐਡਰੈਸ ਇਟ, ਟੂ ਟਰੀਟ ਇਟ, ਟੂ ਗੈਟ ਸਮ ਹੈਲਪ? ਦੈਟ ਇਜ਼ ਐਬਸੋਲੂਟਲੀ ਟਰੂ। ਬਿਲਕੁਲ ਸੱਚ ਕਿਹਾ ਤੁਸੀਂ ਅਸ਼ਮਿਤਾ। ਮੈਂਟਲ ਹੈਲਥ ਨਾਲ ਜਿਹੜਾ ਹੈਗਾ, ਆਪਾਂ ਜਿਵੇਂ ਉਹਨੂੰ ਸਮਝਦੇ ਹੈਗੇ ਆ ਟੈਬੂ, ਜਾਂ ਉਹਨੂੰ ਆਪਾਂ ਸੋਚਦੇ ਹਾਂ ਵੀ ਇਹ ਪ੍ਰਮਾਣਿਤ ਨਹੀਂ ਹੋ ਸਕਦੀ। ਜੇ ਕੋਈ ਫਿਜ਼ੀਕਲ ਹੈਲਥ ਦਾ ਇਸ਼ੂ ਹੁੰਦਾ ਤਾਂ ਉਹ ਬੜਾ ਟੈਂਜੀਬਲ ਹੁੰਦਾ, ਉਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ, ਉਹਨੂੰ ਤੁਸੀਂ ਦਿਖਾ ਸਕਦੇ ਹੋ, ਉਹਦੇ ਲਈ ਟੈਸਟ ਹੁੰਦੇ ਨੇ। ਤਾਂ ਤੁਸੀਂ ਕਹਿੰਦੇ ਹੋ ਵੀ ਮੇਰਾ ਜੀ ਆਹ ਬਲੱਡ ਟੈਸਟ ਖਰਾਬ ਸੀਗਾ ਤਾਂ ਮੈਨੂੰ ਆਹ ਹੋਇਆ। ਪਰ ਜਦ ਤੁਸੀਂ ਮੈਂਟਲ ਹੈਲਥ ਬਾਰੇ ਜਾਣਦੇ ਹੋ ਤਾਂ ਉਹਦੇ ਜੋ ਪ੍ਰਮਾਣ ਨੇ ਜਿਹੜੇ, ਉਹ ਮੋਰ ਬਿਹੇਵੀਅਰ ਦੇ ਵਿੱਚ ਦਿਖਦੇ ਨੇ, ਉਹ ਤੁਹਾਡੀ ਐਵਰੀਡੇ ਲਾਈਫ ਦੇ ਉੱਤੇ ਇੰਪੈਕਟ ਕਰਦੇ ਨੇ, ਉਹ ਤੁਹਾਡੀ ਰਿਲੇਸ਼ਨਸ਼ਿਪਸ ਦੇ ਵਿੱਚ ਇਫੈਕਟ ਕਰਦੇ ਨੇ, ਤੇ ਉਸ ਤੋਂ ਬਾਅਦ ਉਹਦਾ ਜੋ ਅੱਗੇ ਇਫੈਕਟ ਪੈਂਦਾ ਹੈਗਾ ਤੁਹਾਡੇ ਕੰਮ ਤੇ, ਤੁਹਾਡੇ ਰੋਜ਼ ਦੇ ਵਿਵਹਾਰ ਤੇ, ਉੱਥੋਂ ਪਤਾ ਲੱਗਦਾ। ਉਹਦਾ ਕੋਈ ਪ੍ਰਮਾਣਿਤ ਪ੍ਰੂਫ ਜਿਹੜਾ ਹੈਗਾ ਪਰ ਬਲੱਡ ਟੈਸਟ ਔਰ ਸਮਥਿੰਗ ਇਜ਼ ਵੈਰੀ ਡਿਫਿਕਲਟ। ਤਾਂ ਇਸ ਕਰਕੇ ਬੰਦਾ ਕਹਿੰਦਾ ਵੀ ਇਹ ਤਾਂ ਕੁਛ ਹੈ ਹੀ ਨਹੀਂ। ਹੁਣ ਆਪਣੇ ਜਿਹੜੀ ਕਮਿਊਨਿਟੀ ਦੇ ਵਿੱਚ ਹੁੰਦਾ ਹੈਗਾ, ਜਾਂ ਮੋਸਟ ਆਲ ਓਵਰ ਦ ਵਰਲਡ ਆਲਸੋ, ਜੇ ਤੁਸੀਂ ਕਹੋਗੇ ਤਾਂ ਮੈਂਟਲ ਹੈਲਥ ਹੈਜ਼ ਬੀਨ ਅ ਟੈਬੂ। ਬਟ ਇਨ ਰੀਸੈਂਟ ਈਅਰਸ ਹੁਣ ਹੌਲੀ ਹੌਲੀ ਜਿਵੇਂ ਲੋਕਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਹੈ, ਸਪੈਸ਼ਲੀ ਹੁਣ ਪੈਂਡੈਮਿਕ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਗੱਲਾਂ ਹੋਈਆਂ ਨੇ ਕਿ ਵੀ ਮੈਂਟਲ ਹੈਲਥ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਆਪਣੇ ਮਾਨਸਿਕ ਹਾਲ ਜੇ ਹੈਲਥ ਦਾ ਖਿਆਲ ਰੱਖੋਗੇ ਤਾਂ ਯੂ ਕੈਨ ਡੂ ਬੈਟਰ। ਸੋ ਹੁਣ ਉਸ ਤੋਂ ਬਾਅਦ ਲੋਕਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਹੈ। ਵੈਸਟਰਨ ਕਲਚਰ ਦੇ ਵਿੱਚ ਹੁਣ ਲੋਕੀ ਆਮ ਗੱਲਾਂ ਕਰਦੇ ਨੇ ਵੀ, ਆਪਣੇ ਕੋਲ ਸਾਈਕਾਇਟਰਿਸਟ ਵੀ ਜ਼ਿਆਦਾ ਨੇ, ਸਾਈਕੋਲੋਜਿਸਟ ਵੀ ਨੇ, ਤਾਂ ਕਿ ਆਪਾਂ ਹੈਲਥ ਪ੍ਰੋਵਾਈਡ ਕਰ ਸਕੀਏ ਲੋਕਾਂ ਦੀ। ਮੈਂਟਲ ਹੈਲਥ ਐਜ਼ ਵੈਲ ਐਜ਼ ਫਿਜ਼ੀਕਲ ਹੈਲਥ ਲੀਡਸ ਟੂ ਕੰਪਲੀਟ ਹੈਲਥ ਵੀ ਕਾਲ ਇਟ। ਸੋ ਉਹ ਜ਼ਿਆਦਾ ਜ਼ਰੂਰੀ ਹੋ ਗਿਆ। ਪਰ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਓਬਵੀਅਸਲੀ ਮੇਰੀ ਪੜ੍ਹਾਈ ਤਾਂ ਇੰਡੀਆ ਤੋਂ ਸ਼ੁਰੂ ਹੋਈ ਹੈ, ਤੇ ਆ ਕੇ ਤੁਸੀਂ ਇੱਥੇ ਸਪੈਸ਼ਲਟੀ ਕਰਦੇ ਹੋ। ਮੈਨੂੰ 20 ਸਾਲ ਹੋ ਗਏ ਨੇ ਹੁਣ ਸਾਈਕਾਇਟਰੀ ਦੇ ਵਿੱਚ, ਆਫਟਰ ਰੈਜ਼ੀਡੈਂਸੀ ਐਜ਼ ਅ ਕਲੀਨਿਸ਼ੀਅਨ। ਐਂਡ ਮੈਂ ਇਨ ਪੇਸ਼ੈਂਟ ਕਰਦੀ ਹਾਂ, ਆਊਟ ਪੇਸ਼ੈਂਟ ਕਰਦੀ ਹਾਂ, ਹਰੇਕ ਵਰਗ ਦੇ ਲੋਕ ਨਾਲ ਕੰਮ ਕਰਦੀ ਹਾਂ। ਆਪਣੇ ਕਮਿਊਨਿਟੀ ਤੋਂ ਵੀ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਦੀ ਵੀ ਹੈਲਪ ਕਰਦੀ ਹੈ ਜਦੋਂ ਉਹ ਤੁਹਾਨੂੰ ਅਪਰੋਚ ਕਰਦੇ ਨੇ।
ਤੇ ਆਪਣੀ ਕਮਿਊਨਿਟੀ ਯੂਨੀਕ ਹੈ ਕਿਉਂਕਿ ਇੱਕ ਤਾਂ ਆਪਾਂ ਜਦੋਂ ਪਿੱਛੋਂ ਆਨੇ ਆ ਆਪਾਂ ਆਲਰੇਡੀ ਹੈਵ ਆਰ ਸਪੈਸ਼ਲ ਇਸ਼ੂਜ਼ ਵਿਚ ਆਰ ਇਕਨੋਮਿਕਲ ਸੋਸ਼ਲ ਕਲਚਰਲ ਇਨ ਜੋ ਇੰਟੀਗ੍ਰੇਸ਼ਨ ਹੈਗੀ ਹੈ ਇਸ ਕਮਿਊਨਿਟੀ ਦੇ ਵਿੱਚ ਆ ਕੇ ਉਹਦੇ ਇਸ਼ੂਜ਼ ਅੱਡ ਹੁੰਦੇ ਨੇ ਐਜ਼ ਅ ਇਮੀਗ੍ਰੈਂਟ ਉਸ ਤੋਂ ਬਾਅਦ ਤੁਹਾਨੂੰ ਐਕਸਪ੍ਰੈਸ ਕਰਨਾ ਇੱਥੇ ਆ ਕੇ ਉਹ ਆਪਣੇ ਹੈਲਥ ਔਰ even our access to healthcare is difficult. ਜੀ Even though ਆਪਾਂ ਜੇ ਸਮਝ ਵੀ ਜਾਈਏ ਤਾਂ ਆਪਣੀ accessibility ਘਟ ਜਾਂਦੀ ਹੈ। Yeah. ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪ੍ਰੋਵਾਈਡਰ ਅੱਗੇ ਮਿਲਦਾ ਹੈ ਉਹ ਤੁਹਾਨੂੰ ਵੈਸਟਰਨ ਮਿਲਿਆ ਕਿ ਤੁਹਾਡੇ ਕਲਚਰ ਨੂੰ ਸਮਝਣ ਵਾਲਾ ਮਿਲਿਆ ਕਿਉਂਕਿ ਜਿਹੜੇ ਕਈ ਵੱਧ ਤੋਂ ਵੱਧ ਆਪਣੇ ਕਲਚਰਲ ਇਸ਼ੂਜ਼ ਹੁੰਦੇ ਨੇ ਉਹ ਕਈ ਵੈਸਟਰਨ ਪ੍ਰੋਵਾਈਡਰਸ ਨਹੀਂ ਸਮਝ ਸਕਦੇ ਹੈਗੇ ਉਹਨਾਂ ਨੂੰ ਤੁਸੀਂ ਡਿਫਰੈਂਟ ਤਰ੍ਹਾਂ ਅਪਰੋਚ ਕਰਨਾ ਚਾਹੁੰਦੇ ਹੋ ਤੇ ਇਹ ਜਿਹੜੀਆਂ ਬੜੀ ਕੰਪਲਿਕੇਟਿਡ ਇਸ਼ੂਜ਼ ਹੈਗੇ ਨੇ ਫॉर ਆਰ ਕਮਿਊਨਿਟੀ ਇੱਥੇ ਆ ਕੇ ਵੀ ਆਪਾਂ ਮੈਂਟਲ ਹੈਲਥ ਨੂੰ ਕਿਵੇਂ ਅਪਰੋਚ ਕਰੀਏ। ਡਾਕਟਰ ਗਰੇਵਾਲ ਤੁਸੀਂ ਦੋ ਤਿੰਨ ਇੱਥੇ ਬਹੁਤ ਇੰਪੋਰਟੈਂਟ ਪੁਆਇੰਟਸ ਰੱਖੇ ਹੈ ਜਿਨ੍ਹਾਂ ਨੂੰ ਮੈਂ ਇੱਕ ਵਾਰੀ ਫਿਰ ਦੁਹਰਾਉਣਾ ਚਾਹੁੰਦੀ ਹਾਂ। ਇੱਕ ਤਾਂ ਜਦੋਂ ਮੈਂਟਲ ਹੈਲਥ ਦੀ ਗੱਲ ਅਸੀਂ ਉੱਦਾਂ ਵੀ ਕਰਦੇ ਹਾਂ ਬਿਕੋਜ਼ ਇਹ ਚੀਜ਼ ਅਗਰ ਤੁਹਾਡੀ ਕੋਈ ਹੱਡੀ ਟੁੱਟ ਜਾਂਦੀ ਹੈ ਤੁਹਾਨੂੰ ਦਿਸਦਾ ਹੈ ਕੋਈ ਤੁਹਾਨੂੰ ਸੱਟ ਲੱਗਦੀ ਹੈ ਤੁਹਾਨੂੰ ਦਿਸਦਾ ਹੈ ਤੁਸੀਂ ਐਮਰਜੈਂਸੀ ਰੂਮ ਜਾਂਦੇ ਹੋ ਉਹਦਾ ਫਟਾਫਟ ਟ੍ਰੀਟਮੈਂਟ ਕਰਾਉਂਦੇ ਹੋ that is common sense like that's what we do ਬਟ ਜਦੋਂ ਤੁਹਾਡੇ ਦਿਮਾਗੀ ਜਾਂ ਮਾਨਸਿਕ ਤੌਰ 'ਤੇ ਕੋਈ ਤੁਹਾਨੂੰ ਸੱਟ ਲੱਗਦੀ ਹੈ ਟਰਾਮਾ ਹੁੰਦਾ ਹੈ ਕਿਸੇ ਚੀਜ਼ ਕਰਕੇ ਜਾਂ ਕੋਈ ਅੰਡਰਲਾਈਂਗ ਫੈਕਟਰਸ ਹਨ ਜਿਸ ਤਰ੍ਹਾਂ ਅਸੀਂ ਬਿਮਾਰੀ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਕੈਂਸਰ ਜਾਂ ਕੋਈ ਜੈਨੇਟਿਕ ਬਿਮਾਰੀਆਂ ਦਾ ਲੋਕੀ ਟ੍ਰੀਟਮੈਂਟ ਕਰਾਉਂਦੇ ਉਹ ਟੈਸਟ 'ਤੇ ਤੁਹਾਡੇ ਬਲੱਡ ਟੈਸਟ 'ਤੇ ਦਿਸਦੀਆਂ ਅਗਰ ਤੁਹਾਨੂੰ ਕੋਈ ਇਹੋ ਜਿਹੀ ਜੈਨੇਟਿਕ ਮਾਨਸਿਕ ਬਿਮਾਰੀ ਹੈ ਉਹ ਨਹੀਂ ਦਿਸਦੀ ਹੈ ਇੰਨੀ ਈਜ਼ੀਲੀ ਨਹੀਂ ਆਈਡੈਂਟੀਫਾਈ ਅਸੀਂ ਕਰ ਸਕਦੇ ਇਹਦੇ ਕਰਕੇ ਸਭ ਤੋਂ ਪਹਿਲੇ ਤਾਂ ਇਸ ਚੀਜ਼ ਨੂੰ ਫੜਨਾ ਇਹਨੂੰ ਸਮਝਣਾ ਹੀ ਇੰਨਾ ਔਖਾ ਹੈ ਬਟ ਮੋਰ ਇੰਪੋਰਟੈਂਟਲੀ ਮੇਰਾ ਅਗਲਾ ਸਵਾਲ ਤੁਹਾਡੇ ਲਈ ਇਹ ਹੋਣਾ ਸੀ ਕਿ ਜਦੋਂ ਇਹੋ ਜਿਹੇ ਕੇਸਿਸ ਅਸੀਂ ਇਹਨਾਂ ਨੂੰ ਕੇਸਿਸ ਕਵਾਂਗੇ ਬਿਕਾਜ਼ ਇਹ ਪੇਸ਼ੈਂਟਸ ਹਨ ਇਹਨਾਂ ਨੂੰ ਮੈਡੀਕਲ ਹੈਲਪ ਅਤੇ ਟ੍ਰੀਟਮੈਂਟ ਦੀ ਲੋੜ ਹੁੰਦੀ ਹੈ ਇਨ ਕੇਸਿਸ ਨੂੰ ਅੱਗੇ ਆਉਣ ਤੋਂ ਇਸ ਕਾਰਨ ਕਰਕੇ ਸਭ ਤੋਂ ਵੱਡੇ ਲੈਵਲ 'ਤੇ ਰੋਕਿਆ ਜਾਂਦਾ ਕਿ ਸਾਡੇ ਕਲਚਰ ਦੇ ਵਿੱਚ ਜਦੋਂ ਲੋਕ ਇੱਥੇ ਇਮੀਗ੍ਰੇਟ ਹੁੰਦੇ ਉਹਨਾਂ ਨੂੰ ਕਿੰਨੀ ਤਕਲੀਫਾਂ ਸਹਿਣੀਆਂ ਪੈਂਦੀਆਂ ਕਲਚਰਲ ਡਿਫਰੈਂਸ ਐਕਸੈਸ ਟੂ ਹੈਲਥ ਕੇਅਰ ਖਾਸ ਕਰਕੇ ਆਈ ਮੀਨ ਮੈਂਟਲ ਹੈਲਥ ਦੇ ਲਈ ਤਾਂ ਐਵਰੇਜ ਅਮਰੀਕਨਸ ਨੂੰ ਚੰਗਾ ਐਕਸੈਸ ਨਹੀਂ ਹੈਗਾ ਅਤੇ ਸਾਡੀ ਕਮਿਊਨਿਟੀ ਤਾਂ ਫਿਰ ਵੀ ਥੋੜ੍ਹੀ ਪਿੱਛੇ ਪੈ ਜਾਂਦੀ ਹੈ ਇਨ ਚੀਜ਼ਾਂ ਦੇ ਵਿੱਚ ਖਾਸ ਕਰਕੇ ਨਵੇਂ ਇਮੀਗ੍ਰੈਂਟਸ ਜਿਨ੍ਹਾਂ ਦੀ ਕਿੰਨੀ ਡਿਪੈਂਡੈਂਸੀਜ਼ ਹੁੰਦੀਆਂ ਸਿਸਟਮ 'ਤੇ I want to talk about this specific case ਜੋ ਮਨਦੀਪ ਕੌਰ ਦੀ ਖੁਦਕੁਸ਼ੀ ਦਾ ਕੇਸ ਪਿਛਲੇ ਹਫਤੇ ਸਾਡੇ ਸਾਰਿਆਂ ਅੱਗੇ ਆਇਆ ਸੋਸ਼ਲ ਮੀਡੀਆ ਦੇ ਇਹਦੀ ਕਿੰਨੀ ਚਰਚਾ ਹੋ ਰਹੀ ਹੈ ਇਟਸ ਵਨ ਆਫ ਦੋਜ਼ ਕੇਸਿਸ ਦੈਟ ਆਈ ਥਿੰਕ ਇੱਕ ਪਾਸੇ ਤਾਂ ਚੰਗੀ ਵੀ ਚੀਜ਼ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਮੁੱਦੇ ਉੱਤੇ ਹੁਣ ਗੱਲ ਕਰਨੀ ਪੈ ਰਹੀ ਹੈ ਕਿ ਕੀ ਕਮੀਆਂ ਹਨ ਸਾਡੀ ਕਮਿਊਨਿਟੀ ਦੇ ਵਿੱਚ ਭਾਵੇਂ ਉਹ ਇੱਕ ਹੈਲਥ ਪਰਸਪੈਕਟਿਵ ਤੋਂ ਹੋਏ ਭਾਵੇਂ ਉਹ ਸੱਭਿਆਚਾਰਕ ਕਲਚਰਲ ਪਰਸਪੈਕਟਿਵ ਤੋਂ ਹੋਏ ਜਦੋਂ ਕੋਈ ਵੀ ਜਨਾਨੀ ਅੱਗੇ ਆ ਕੇ ਕਹਿੰਦੀ ਹੈ ਮੇਰਾ ਹਸਬੈਂਡ ਮੈਨੂੰ ਕੁੱਟਦਾ ਹੈ ਜਾਂ ਮੈਨੂੰ ਸਾਈਕੋਲੋਜੀਕਲੀ ਅਬਿਊਜ਼ ਕਰਦਾ ਹੈ ਫਿਜ਼ੀਕਲੀ ਅਬਿਊਜ਼ ਕਰਦਾ ਹੈ ਕਮਿਊਨਿਟੀ ਵਾਈਜ਼ ਅਸੀਂ ਉਹਨੂੰ ਕਿਸ ਤਰ੍ਹਾਂ ਰਿਸਪੌਂਡ ਕਰਦੇ ਹਾਂ ਕਿਸ ਤਰ੍ਹਾਂ ਐਡਰੈਸ ਕਰਦੇ ਹਾਂ ਡਾਕਟਰ ਗਰੇਵਾਲ I've been discussing this case with you and I know ਤੁਹਾਡੇ ਕਾਫੀ ਕੁਝ ਸਪੈਸੀਫਿਕ ਇਹਦੇ ਉੱਤੇ ਵਿਚਾਰ ਹਨ ਇਨ ਵਿਚਾਰਾਂ ਬਾਰੇ ਅਸੀਂ ਗੱਲ ਕਰਾਂਗੇ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਬ੍ਰੇਕ ਤੋਂ ਉਸ ਪਾਰ ਇੱਕ ਕਨਵਰਸੇਸ਼ਨ ਜਾਰੀ ਰਹੇਗੀ ਡਾਕਟਰ ਗਰੇਵਾਲ ਪਲੀਜ਼ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਵਿਊਅਰਸ ਤੁਸੀਂ ਵੀ ਜੁੜੇ ਰਹੋ ਮਨਦੀਪ ਕੌਰ ਦੇ ਕੇਸ ਨੂੰ ਲੈ ਕੇ ਅੱਜ ਅਸੀਂ ਇਹ ਜੋ ਮੈਂਟਲ ਹੈਲਥ ਦਾ ਐਸਪੈਕਟ ਹੈ ਉਹਦੇ ਬਾਰੇ ਗੱਲ ਕरें ਬਿਕਾਜ਼ ਇਹ ਚੀਜ਼ ਬਾਰ-ਬਾਰ ਦੁਹਰਾਈ ਜਾ ਰਹੀ ਹੈ ਮੈਂਸ਼ਨ ਕੀਤੀ ਜਾ ਰਹੀ ਕਿ ਉਹਦੀ ਮਾਨਸਿਕ ਹੈਲਥ ਕਿਸ ਤਰ੍ਹਾਂ ਦੀ ਸੀਗੀ ਮਨਦੀਪ ਕੌਰ ਕਿਉਂ ਉਸ ਹੱਦ ਤੱਕ ਪਹੁੰਚੀ ਕਿ ਉਹਨੇ ਆਪ ਦੀ ਜਾਨ ਲਿੱਤੀ ਆਪ ਦੀ 2 ਛੋਟੀ ਬੱਚੀਆਂ ਅੱਗੇ ਆਪ ਦੀ ਜਾਨ ਲਿੱਤੀ ਇਸ ਚੀਜ਼ ਬਾਰੇ ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਇਹੋ ਜਿਹੀ ਸਟੋਰੀ ਪਲੇ ਆਊਟ ਹੋ ਰਹੀ ਹੈ ਜਿਹਦੇ ਉੱਤੇ ਅਸੀਂ ਹੁਣ ਪਰਦਾ ਨਹੀਂ ਪਾ ਸਕਦੇ ਕੁਝ ਇਹੋ ਜਿਹੀ ਚੀਜ਼ਾਂ ਐਕਸਪੋਜ਼ ਹੋ ਰਹੀਆਂ ਜੋ ਸਾਡੇ ਵਿੱਚ ਸਪੈਸੀਫਿਕ ਵੀ ਹੈਗੀਆਂ ਬਟ ਓਵਰਆਲ ਹਰ ਇੱਕ ਕਮਿਊਨਿਟੀ ਦੇ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਪਾਈ ਜਾਂਦੀਆਂ ਜਿਨ੍ਹਾਂ ਨੂੰ ਅਸੀਂ ਹੁਣ ਲੁਕੋ ਨਹੀਂ ਸਕਦੇ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਪਿਛਲੇ ਹਫਤੇ ਮਨਦੀਪ ਕੌਰ ਇੱਕ 30 ਸਾਲ ਦੀ
ਵਾਈਫ ਮਦਰ ਯੂਨਾਈਟਿਡ ਸਟੇਟਸ ਨਿਊਯਾਰਕ ਦੇ ਵਿੱਚ ਰਹਿਣ ਵਾਲੀ ਇੱਕ ਪੰਜਾਬਣ ਨੇ ਆਪ ਦੀ ਜਾਨ ਦਿੱਤੀ, ਆਪ ਦੀ ਦੋ ਨਿੱਕੀ ਬੱਚੀਆਂ ਅੱਗੇ। ਉਹਦੀ ਅਖੀਰ ਦੇ ਕੁਝ ਬਿਆਨ ਇਹ ਸਾਨੂੰ ਦੱਸਦੇ ਹੈ ਕਿ ਉਹ ਕਿੰਨੇ ਸਾਲਾਂ ਤੋਂ ਅਬਿਊਜ਼ ਝੇਲ ਰਹੀ ਸੀ, ਆਪ ਦੇ ਹਸਬੈਂਡ ਤੋਂ ਡੋਮੈਸਟਿਕ ਅਬਿਊਜ਼ ਝੇਲ ਰਹੀ ਸੀ। ਉਹਦੇ ਵਿੱਚ ਜ਼ਰੂਰ ਸਾਈਕੋਲੋਜੀਕਲ ਅਬਿਊਜ਼, ਇੱਕ ਮਾਨਸਿਕ ਤੌਰ ਤੇ ਵੀ ਅਬਿਊਜ਼ ਉਹ ਮਹਿਸੂਸ ਕਰ ਰਹੀ ਸੀ। ਇਹ ਐਲਾਨ ਕੀਤਾ ਹੈ ਮਨਦੀਪ ਕੌਰ ਨੇ ਆਪ ਦੀ ਜਾਨ ਲੈਣ ਤੋਂ ਪਹਿਲੇ। ਜੋ ਇਹ ਮਾਨਸਿਕ ਤੌਰ ਤੇ ਜਾਂ ਜੋ ਅਸੀਂ ਕਹਿੰਦੇ ਆ ਮੈਂਟਲ ਇੱਕ ਸਟੇਟ ਆਫ ਮਾਈਂਡ ਦੀ ਗੱਲ ਆਉਂਦੀ ਹੈ ਇਸ ਕੇਸ ਦੇ ਵਿੱਚ, ਇਹਨੂੰ ਸਮਝਣ ਲਈ ਕਿ ਕਿਸ ਤਰ੍ਹਾਂ ਇਸ ਹੱਦ ਤੱਕ ਗੱਲ ਪਹੁੰਚਦੀ ਹੈ ਤੇ ਸਾਡਾ ਕੀ ਇਹਦੇ ਵਿੱਚ ਰੋਲ ਪਲੇ ਹੋਣਾ ਚਾਹੀਦਾ ਇੱਕ ਕਮਿਊਨਿਟੀ ਹੋਣ ਦੇ ਨਾਤੇ। ਇਨ ਚੀਜ਼ਾਂ ਨੂੰ ਸਮਝਣ ਲਈ ਅੱਜ ਸਾਡੇ ਗੈਸਟ ਸਾਡੇ ਨਾਲ ਜੁੜੇ ਹਨ। A practitioner in the field of psychiatry, ਡਾਕਟਰ ਸੋਫੀਆ ਗਰੇਵਾਲ। ਡਾਕਟਰ ਗਰੇਵਾਲ, ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤੁਹਾਡਾ 20 ਤੋਂ ਵੱਧ ਸਾਲਾਂ ਦਾ ਤਜਰਬਾ ਖਾਸ ਕਰਕੇ ਸਾਈਕਾਇਟਰੀ ਦੇ ਵਿੱਚ makes you the perfect person to educate us in some of these issues ਜੋ ਇਸ ਮਨਦੀਪ ਕੌਰ ਦੇ ਕੇਸ ਦੇ ਵਿੱਚ ਅੱਗੇ ਆ ਰਹੇ ਹੈ। ਡਾਕਟਰ ਗਰੇਵਾਲ, ਤੁਸੀਂ ਬ੍ਰੇਕ ਤੋਂ ਪਹਿਲੇ ਬਹੁਤ ਇੱਕ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਕਿ ਜਦੋਂ ਅਸੀਂ ਇੱਥੇ ਇਮੀਗ੍ਰੇਟ ਹੋ ਕੇ ਆਉਂਦੇ ਹਾਂ, ਕਿੰਨੀ ਆਬਸਟੀਕਲਸ ਸਾਡੇ ਅੱਗੇ ਹੁੰਦੇ ਹੈ। ਇੱਕ ਤੁਸੀਂ ਸੈਟਲ ਹੋਣਾ ਹੁੰਦਾ ਹੈ, ਕਾਰੋਬਾਰ ਦਾ ਆਬਸਟੀਕਲ, ਬੱਚਿਆਂ ਨੂੰ ਇੱਥੇ ਸੈਟਲ ਕਰਨਾ ਹੁੰਦਾ ਹੈ, ਸਕੂਲਾਂ ਦੇ ਵਿੱਚ ਉਹਨਾਂ ਨੂੰ ਇੰਟੀਗ੍ਰੇਟ ਕਰਨ ਦਾ ਆਬਸਟੀਕਲ। ਅਗਰ ਤੁਹਾਡੀ ਕੋਈ ਹੈਲਥ ਇਸ਼ੂ ਆ ਜਾਂਦਾ ਹੈ, ਉਹ ਵੀ ਇੱਕ ਇਹੋ ਜਿਹਾ ਇਸ਼ੂ ਜੋ ਈਜ਼ੀਲੀ ਆਈਡੈਂਟੀਫਾਈਬਲ ਜਾਂ ਡਾਇਗਨੋਸੇਬਲ ਨਹੀਂ ਹੁੰਦਾ, ਜਿਸ ਤਰ੍ਹਾਂ ਕੋਈ ਮੈਂਟਲ ਇਸ਼ੂ, ਮੈਂਟਲ ਹੈਲਥ ਦਾ ਇਸ਼ੂ। ਉਹਦੇ ਲਈ ਕੀ ਐਵੇਨਿਊਜ਼ ਰਹਿ ਜਾਂਦੇ ਹੈ ਇੱਕ ਇਨਸਾਨ, ਇੱਕ ਇਮੀਗ੍ਰੈਂਟ ਕੋਲ, ਉਹ ਵੀ ਜੋ ਕਿਸੇ ਹੋਰ 'ਤੇ ਡਿਪੈਂਡੈਂਟ ਹੈ ਹਰ ਇੱਕ ਏਰੀਆ ਦੇ ਵਿੱਚ, ਫਾਈਨੈਂਸ਼ੀਅਲ ਡੇ ਟੂ ਡੇ ਲਿਵਿੰਗ ਦੇ ਵਿੱਚ, ਹਰ ਇੱਕ ਏਰੀਆ ਦੇ ਵਿੱਚ ਇਮੀਗ੍ਰੇਸ਼ਨ ਦੇ ਸਟੇਟਸ ਕਰਕੇ। ਸੋ ਲੈਟਸ ਨਾਓ ਅਪਲਾਈ ਦੈਟ ਟੂ ਮਨਦੀਪ ਕੌਰ, ਜਿਹਦੇ ਕੇਸ ਦੇ ਵਿੱਚ ਇਹ ਸਾਰੀ ਚੀਜ਼ਾਂ ਪਾਈ ਜਾਂਦੀਆਂ। ਬਟ ਮਨਦੀਪ ਕੌਰ ਦੀ ਮੈਂਟਲ ਹੈਲਥ ਨੂੰ ਲੈ ਕੇ ਉਹਨਾਂ ਦੇ ਆਪ ਦੇ ਹਸਬੈਂਡ ਨੇ ਸਾਨੂੰ ਦੱਸਿਆ ਕਿ ਉਹਨੇ ਮੇਰੇ ਕਰਕੇ ਨਹੀਂ ਖੁਦਕੁਸ਼ੀ ਕੀਤੀ, ਉਹ ਤਾਂ ਉਹਨੂੰ ਦੌਰੇ ਪੈਂਦੇ ਸੀ ਐਂਡ ਉਹਦੀ ਜੋ ਮੈਂਟਲ ਸਟੇਟ ਆਫ ਮਾਈਂਡ ਸੀਗਾ ਉਹ ਕੋਈ ਠੀਕ ਨਹੀਂ ਸੀਗਾ, ਇਸ ਕਰਕੇ ਉਹਨੇ ਆਪ ਦੀ ਜਾਨ ਲਿੱਤੀ ਕਿ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ ਸੀਗਾ। ਡਾਕਟਰ ਗਰੇਵਾਲ, ਤੁਹਾਡੇ ਤਜਰਬੇ ਦੇ ਵਿੱਚ ਜਦੋਂ ਕੋਈ ਇਸ ਹੱਦ ਤੱਕ ਇਹੋ ਜਿਹਾ ਕਦਮ ਚੁੱਕਦਾ ਹੈ, ਅਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਇੰਟਰਪ੍ਰੇਟ, ਇਹਨੂੰ ਸਮਝ ਸਕਦੇ ਹਾਂ ਕਿ ਮਨਦੀਪ ਕੌਰ ਦੀ ਜੋ ਇਹ ਸਟੇਟ ਆਫ ਮਾਈਂਡ ਸੀਗੀ, ਕਿ ਉਹਦੀ ਇਨਵਾਇਰਮੈਂਟ ਕਰਕੇ ਇਸ ਹੱਦ ਤੱਕ ਪਹੁੰਚੀ, ਕਿ ਉਹਦੀ ਇਨਵਾਇਰਮੈਂਟ ਦੇ ਵਿੱਚ ਭਾਵੇਂ ਉਹ ਹਸਬੈਂਡ ਕਰਕੇ ਜਾਂ ਕੁਝ ਇਹੋ ਜਿਹੀ ਚੀਜ਼ ਸੀਗੀ ਜਿਹਨੇ ਮਨਦੀਪ ਕੌਰ ਨੂੰ ਇੰਨਾ ਪੁਸ਼ ਕੀਤਾ ਕਿ ਉਹਨੇ ਆਪ ਦੀ ਜਾਨ ਹੀ ਲੈ ਲਈ। देखो अश्मिता, सुसाइडल होना या सुसाइड करना इज द अल्टीमेट रिजल्ट, जड़ा जिन्हों कहते हैं ना, टोटली अल्टीमेट रिजल्ट आफ्टर ईदर जे थोनू डिप्रैशन है या थोनू कोई होर मैंटल सदमा मिलिया है, जिन्हों आप कहने हैं मे बी इट इज सेकेंडरी टू अ ट्रामा, वी कॉल इट पोस्ट ट्रॉमेटिक, that your responses are so heightened that you do not think that there is anything else you can do, that ਤੁਹਾਡੇ ਲਈ ਕੋਈ ਹੋਰ ਐਵੀਨਿਊ ਨਹੀਂ ਬਚਿਆ ਤੇ ਤੁਸੀਂ ਸੋਚਦੇ ਹੋ this is the only way I can get out of this situation. So that is the ultimate result of being in a very, very bad situation. Now, is that a perceived trauma or is that a real trauma? That only the person knows. ਜਾਂ ਉਹਨਾਂ ਦੇ ਨਾਲ ਜਿਹੜੇ ਹੈਗੇ ਨੇ। ਤੇ depression ਜਿਹੜੀ ਹੈਗੀ ਹੈ is sometimes internal, is sometimes it is a reaction to the circumstances. So even if we are feeling sad, ਵੀ ਆਪਾਂ ਥੋੜਾ ਜਿਹਾ ਆਪਾਂ ਨੂੰ ਲੱਗਦਾ ਹੈਗਾ ਕਿ ਜਿਹਨੂੰ ਆਪਾਂ ਕਹਿੰਦੇ ਜੀ ਮੇਰਾ ਮੂਡ ਨਹੀਂ ਚੰਗਾ ਜੀ ਅੱਜ, ਹੈ ਨਾ, ਤੇ ਪਰ ਉਹ ਜਿਹੜਾ ਮੂਡ ਜਦੋਂ ਤੁਹਾਡਾ ਰੋਜ਼ ਹੀ ਉਹੋ ਜਿਹਾ ਮੂਡ ਰਹਿੰਦਾ ਹੈਗਾ ਜਾਂ ਰੋਜ਼ ਹੀ ਤੁਹਾਡੇ ਅੰਦਰ ਉਹ ਦਰਦ ਰਹਿੰਦਾ ਹੈਗਾ ਤਾਂ ਉਹ ਡਿਪਰੈਸ਼ਨ ਹੁੰਦਾ ਹੈ। ਤੁਸੀਂ ਹੋਪਲੈਸ ਫੀਲ ਕਰਦੇ ਹੋ, ਤੁਹਾਨੂੰ ਲੱਗਦਾ ਵੀ ਮੈਂ ਜਾਂ ਇਸ ਚੀਜ਼ ਲਈ ਮੈਂ ਰਿਸਪੌਂਸਿਬਲ ਹਾਂ ਜਾਂ ਇਹ ਮੈਨੂੰ ਕਿਉਂ ਹੋ ਰਿਹਾ ਹੈਗਾ, ਤੇ ਉਹਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ। ਤਾਂ ਉਦੋਂ ਤੁਸੀਂ ਕਹਿੰਦੇ ਵੀ ਹੁਣ ਮੈਨੂੰ ਡਿਪਰੈਸ਼ਨ ਹੈਗੀ ਹੈ, ਤਾਂ ਤੁਸੀਂ ਉਹਦੇ ਲਈ
ਕਈ ਵਾਰੀ ਇਹਨੂੰ ਆਪਾਂ ਕਹਿੰਦੇ ਆ ਵੀ ਕਈ ਪ੍ਰੀਡਿਸਪੋਜੀਸ਼ਨ ਹੁੰਦੀਆਂ ਨੇ ਤਾਂ ਯੈਸ medications help but medications only help to a certain point. Then there are other circumstances that play, the circumstances around you. The support system is very important ਜਿਹੜਾ ਤੁਹਾਨੂੰ help ਕਰਦਾ ਹੈਗਾ to realize that yes there are things that are going to get better. Now regarding this certain case, of course there is a young woman who is married, who has been in United States ਥੋੜੇ ਵਕਤ ਲਈ ਆਈ ਹੈ, ਉਹਦੀ ਛੋਟੀ ਬੱਚੀ ਹੈ ਤੇ ਆਪਣਾ ਜਿਵੇਂ ਤੁਸੀਂ ਕਿਹਾ ਕਿ ਉਹ ਡਿਪੈਂਡੈਂਟ ਹੈਗੀ ਹੈ ਆਪਣੇ ਸਪਾਊਸ ਦੇ ਉੱਤੇ ਫॉर एवरीथिंग। ਸੋ ਤੁਸੀਂ ਕੀ ਕਰਦੇ ਹੋ ਜਦੋਂ ਇਹ ਜੀ ਕੋਈ ਫੈਮਿਲੀ ਹੈ ਇਹ ਜੀ ਤੁਸੀਂ ਆਂਦੀ ਹੈ ਤਾਂ ਤੁਸੀਂ ਆਪਣੀ ਕਮਿਊਨਿਟੀ ਲਈ ਰੀਚ ਆਊਟ ਕਰਦੇ ਹੋ ਤੇ ਆਪਣੇ ਵਾਸਤੇ ਆਪਣੀ ਕਮਿਊਨਿਟੀ ਕਿੱਥੇ ਬਣਦੀ ਹੈ? ਗੁਰਦੁਆਰਿਆਂ 'ਚ ਬਣਦੀ ਹੈ। ਆਪਾਂ ਉੱਥੇ ਹੀ ਜਾਂਦੇ ਆ ਜਦੋਂ ਆਪਾਂ ਮੱਥਾ ਟੇਕਦੇ ਆ ਤੇ ਆਪਾਂ ਆਸੇ-ਪਾਸੇ ਸੰਗਤ ਵੱਲ ਲੱਭਦੇ ਆ ਕਿ ਕੋਈ ਮੇਰਾ ਦੋਸਤ ਬਣੂਗਾ ਜਾਂ ਕੁਝ ਹੋਊਗਾ, ਕਿਉਂਕਿ ਜਦੋਂ ਤੁਸੀਂ ਇੱਥੇ ਆਨੇ ਹੋ ਅਗੇਨ ਤੁਹਾਡਾ ਲੈਂਗੁਏਜ, ਕਲਚਰਲ, ਸੋਸ਼ਲ, ਇਕਨੋਮਿਕਲ ਸਾਰੇ ਜਿਹੜੇ ਤੁਹਾਡੇ ਉੱਥੇ ਬੈਰੀਅਰਸ ਖੜੇ ਨੇ ਤੁਸੀਂ ਉਹਨਾਂ ਦੇ ਉੱਤੋਂ ਦੀ ਚੜ੍ਹਨਾ ਹੈਗਾ ਤੇ ਤੁਸੀਂ ਆਪਣੀ ਹੀ ਕਮਿਊਨਿਟੀ ਵੱਲ ਜਾਂਦੇ ਹੋ ਕਿ ਵੀ ਉੱਥੋਂ ਮੈਨੂੰ ਥੋੜੀ ਜਿਹੀ ਹੈਲਪ ਮਿਲੂਗੀ। ਤਾਂ ਇਹ ਆਪਣਾ ਐਜ਼ ਅ ਕਮਿਊਨਿਟੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਵੀ ਜਦੋਂ ਕੋਈ ਨਵਾਂ ਜੋੜਾ ਇਸ ਤਰ੍ਹਾਂ ਆਂਦਾ ਹੈਗਾ ਜਿਹਨੂੰ ਦੇਖਦੇ ਆ, ਜੇ ਉਹਨਾਂ ਦਾ ਆਪ ਦਾ ਪਰਿਵਾਰ ਨਹੀਂ ਹੈਗਾ ਤਾਂ ਮੇਬੀ ਆਪਾਂ ਨੂੰ ਇਹੋ ਜਿਹੇ ਗਰੁੱਪ ਬਣਾਉਣੇ ਚਾਹੀਦੇ ਨੇ ਜਾਂ ਐਸੋਸੀਏਸ਼ਨ ਬਣਾਉਣੀ ਚਾਹੀਦੀ ਹੈ ਜਿੱਥੇ ਲੋਕੀ ਆ ਕੇ ਆਪਣੇ ਆਪ ਨੂੰ ਰਜਿਸਟਰ ਕਰਨ ਤੇ ਕਹਿਣ ਵੀ ਭਾਈ ਮੈਂ ਨਵਾਂ ਆਇਆ ਤੇ ਮੈਨੂੰ ਇਸ ਗੱਲ ਦੀ ਲੋੜ ਪਊਗੀ। ਤਾਂ ਮੇਬੀ ਫॉर ਨਿਊ ਇਮੀਗ੍ਰੈਂਟਸ ਵੀ ਕੈਨ ਹੈਵ ਅ ਪੰਜਾਬੀ ਐਸੋਸੀਏਸ਼ਨ ਤੇ ਆਪਾਂ ਉਹਨਾਂ ਨੂੰ ਇਹੋ ਜਿਹੀਆਂ ਸੋਸ਼ਲ ਤੇ ਕਲਚਰਲ ਹੈਲਪ ਪ੍ਰੋਵਾਈਡ ਕਰੀਏ। ਆਪਾਂ ਉਹਨਾਂ ਨੂੰ ਗੈਸਟ ਫੈਮਲੀਆਂ ਦੇ ਨੂੰ ਅਸਾਈਨ ਕਰੀਏ ਕਿ ਜੇ ਇੱਕ ਬੰਦਾ ਆਇਆ ਤਾਂ 2 ਫੈਮਲੀਆਂ ਤੁਹਾਨੂੰ ਹੈਲਪ ਕਰਨਗੀਆਂ ਜੀ ਟੂ ਹੈਲਪ ਯੂ ਵਿਦ ਯੋਰ ਜੌਬ। ਤੁਹਾਨੂੰ ਦੱਸਣ ਵੀ ਸਕੂਲ ਕਿਹੜੇ ਨੇ ਇੱਥੇ, ਤੁਹਾਡੇ ਬੱਚਿਆਂ ਲਈ ਚਾਈਲਡ ਕੇਅਰ ਕਹੇ ਜੀ ਹੈ, ਜੇ ਤੁਸੀਂ ਤਕੜੇ ਹੋ ਤਾਂ ਕੀ ਹੈ, ਤੁਸੀਂ ਕਿਹੜੇ ਡਾਕਟਰ ਕੋਲ ਜਾ ਸਕਦੇ ਹੋ, ਤੁਹਾਨੂੰ ਅਸੀਂ ਇੰਸ਼ੋਰੈਂਸ ਲਈ ਹੈਲਪ ਕਰੀਏ, ਤੁਹਾਨੂੰ ਇਸ ਲਈ ਹੈਲਪ ਕਰੀਏ ਤਾਂ ਕਿ ਹੋਰ ਤਾਂ ਹੋਰ ਤੁਹਾਨੂੰ ਗੱਡੀ ਲੈਣ ਲਈ ਹੈਲਪ ਕਰੀਏ, ਤੁਹਾਨੂੰ ਹਾਊ ਟੂ ਯੂਜ਼ ਅ ਟਰਾਂਸਪੋਰਟੇਸ਼ਨ ਤਾਂ ਕਿ ਕਈ ਬੰਦਿਆਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਮੈਂ ਆਪਣੇ ਘਰ ਤੋਂ ਬਾਹਰ ਨਿਕਲਾਂ ਤਾਂ ਜਾਵਾਂ ਕਿੱਥੇ ਜੀ। ਤੁਸੀਂ ਇੰਨੇ ਆਈਸੋਲੇਟਿਡ ਫੀਲ ਕਰਦੇ ਹੋ ਜੀ। ਫਿਰ ਜੇ ਤੁਹਾਡੇ ਨਾਲ ਇਹੋ ਜਿਹਾ ਹਾਦਸਾ ਹੋਵੇ ਜਿਹਦਾ ਤੁਹਾਨੂੰ ਇੰਨਾ ਸਦਮਾ ਦੇਵੇ ਕਿ ਜੇ ਤੁਹਾਡੀ ਮਨ ਮੁਟਾਵ ਹੋ ਜਾਂਦੀ ਹੈ ਆਪਣੇ ਹਸਬੈਂਡ ਨਾਲ, ਜਿਹੜਾ ਤੁਹਾਡੇ ਨਾਲ ਆਏ ਹੋ, ਜਿਹੜਾ ਤੁਹਾਡਾ ਹਰੇਕ ਦੁੱਖ ਤੇ ਦਰਦ ਦਾ ਭਾਗੀ ਹੈ, ਹਰੇਕ ਖੁਸ਼ੀ ਦਾ ਭਾਗੀ ਹੈ, ਜੇ ਤੁਹਾਡਾ ਉੱਥੇ ਨਹੀਂ ਬਣਦਾ ਕੋਈ ਤਾਂ ਤੁਸੀਂ ਫਿਰ ਕਿਹਦੇ ਨਾਲ ਸ਼ੇਅਰ ਕਰੋਗੇ? ਕਿਉਂਕਿ ਕੀ ਹੈਗਾ ਆਪਣਾ ਕਮਿਊਨਿਟੀ ਦਾ ਕਿ ਆਪਾਂ ਘਰ ਫੋਨ ਚੱਕ ਕੇ ਘਰਦਿਆਂ ਨੂੰ ਜੀ ਅਸੀਂ ਤੰਗ ਨਹੀਂ ਕਰਨਾ, ਉਹਨਾਂ ਨੇ ਤਾਂ ਭੇਜਿਆ ਸਾਨੂੰ ਇੰਨੀਆਂ ਅਸੀਸਾਂ ਨਾਲ ਇੰਨੀਆਂ ਨਾਲ ਕਿ ਅਸੀਂ ਜਾ ਕੇ ਅੱਗੇ ਵਧੀਏ ਤੇ ਤੁਸੀਂ ਉਹਨਾਂ ਨੂੰ ਕੀ ਨਹੀਂ ਕਰਨਾ ਚਾਹੁੰਦੇ। ਜਦੋਂ ਤੁਸੀਂ ਛੱਡ ਕੇ ਆਉਂਦੇ ਹੋ ਉਹਨਾਂ ਨੂੰ ਉਸ ਨਵੀਂ ਜੋ ਤੁਹਾਡੀ ਇਨਵਾਇਰਨਮੈਂਟ ਹੁੰਦੀ ਉਹਦੇ ਬਾਰੇ ਇੰਨੀ ਜਾਣਕਾਰੀ ਵੀ ਨਹੀਂ ਹੁੰਦੀ, ਇੱਕ ਹੱਦ ਤੱਕ ਹੀ ਉਹ ਤੁਹਾਨੂੰ ਸਪੋਰਟ ਜਾਂ ਹੈਲਪ ਕਰ ਸਕਦੇ। ਡਾਕਟਰ ਗਰੇਵਾਲ ਇਸ ਕੇਸ ਦੇ ਵਿੱਚ ਇੱਕ ਇਹ ਵੀ ਸਾਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਮਨਦੀਪ ਕੌਰ ਨੇ ਲੋਕਾਂ ਦੇ ਬਿਆਨ ਸਾਨੂੰ ਦੱਸਦੇ ਹੈ ਕੋਸ਼ਿਸ਼ ਕੀਤੀ ਸੀ ਹੈਲਪ ਲੈਣ ਦੀ ਕਮਿਊਨਿਟੀ ਤੋਂ, ਕੁਝ ਲੋਕਾਂ ਨਾਲ ਗੱਲ ਕਰਕੇ ਜੋ ਕਿ ਮਨਦੀਪ ਕੌਰ ਦੇ ਪ੍ਰੋਟੈਸਟ 'ਤੇ ਵੀ ਮੌਜੂਦ ਸੀ, ਕੁਝ ਬੀਬੀਆਂ ਜਨਾਨੀਆਂ ਜੋ ਉੱਥੇ ਸੀਗੀਆਂ, ਇਹ ਵੀ ਪਤਾ ਲੱਗਿਆ ਸਾਨੂੰ ਕਿ ਮਨਦੀਪ ਕੌਰ ਨੇ ਜਦੋਂ ਲੋਕਾਂ ਨੂੰ ਦੱਸਿਆ ਜਿਨ੍ਹਾਂ ਦੇ ਨਾਲ ਉਹ ਕਰੀਬ ਸੀ, ਉਹਦਾ ਕੋਈ ਇੱਥੇ ਡਾਇਰੈਕਟ ਰਿਲੇਟਿਵ ਰਿਸ਼ਤੇਦਾਰ ਨਹੀਂ ਸੀ ਨਿਊਯਾਰਕ ਦੇ ਵਿੱਚ, ਬਟ ਉਹਨੇ ਗੁਰਦੁਆਰੇ ਜਾਂ ਲੋਕਲ ਜੋ ਇੱਥੇ ਪੰਜਾਬੀ ਆਪਣੇ ਹੈਗੇ ਵਸਦੇ ਉਹਨਾਂ ਦੇ ਨਾਲ ਕਈਆਂ ਨਾਲ ਇਹ ਚੀਜ਼ ਸਾਂਝੀ ਕੀਤੀ ਕਿ ਮੇਰਾ ਪਤੀ ਮੈਨੂੰ ਕੁੱਟਦਾ ਹੈ ਤੇ ਮੈਂ ਇਸ ਬਹੁਤ ਦੁਖੀ ਹਾਂ। ਐਂਡ ਉਹਨੂੰ ਕਈਆਂ ਵੱਲੋਂ ਇਹ ਵੀ ਸੁਣਨ ਨੂੰ ਮਿਲਿਆ ਕਿ ਤੂੰ ਸੁਲ੍ਹਾ ਕਰ ਲੈ, ਕਿ ਤੂੰ ਇਸ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰ। ਡਾਕਟਰ ਗਰੇਵਾਲ, once again, you know, domestic violence ਦਾ ਇੱਕ ਜਨਾਨੀ ਜੋ ਕਿ ਕੰਪਲੀਟਲੀ ਡਿਪੈਂਡੈਂਟ ਹੈ, ਜਿਹਦੀ ਮਾਨਸਿਕ ਹੈਲਥ ਸ਼ਾਇਦ ਸਫਰ ਕਰ ਰਹੀ ਹੈ ਉਹਦੀ ਇਨਵਾਇਰਨਮੈਂਟ ਕਰਕੇ, ਜਦੋਂ ਉਹ ਜਾ ਕੇ ਇਹ ਇੰਨਾ ਵੱਡਾ ਕਦਮ ਚੁੱਕਦੀ ਹੈ, ਹੈਲਪ ਮਦਦ ਲੈਣ ਦੀ ਕੋਸ਼ਿਸ਼ ਕਰਦੀ ਹੈ ਜਾਂ ਕਿਸੇ ਨੂੰ ਦੱਸਦੀ ਹੈ, ਅੰਦਰ ਦੀ ਗੱਲ ਦੱਸਦੀ ਹੈ, ਅਤੇ ਉਹਨੂੰ ਇਹ ਜਵਾਬ ਸੁਣਨ ਨੂੰ ਮਿਲੇ ਕਿ ਸੁਲ੍ਹਾ ਕਰ ਲੈ ਜਾਂ ਤੂੰ ਓਵਰ ਰਿਐਕਟ ਕਰ ਰਹੀ ਹੈ ਨਾ, ਇਹਨੂੰ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰ, ਤੇਰੇ ਕੋਲ ਕੋਈ ਹੋਰ ਆਪਸ਼ਨਸ ਨਹੀਂ ਹੈਗੇ।
ਇਹੋ ਜਿਹੀ ਚੀਜ਼ ਸੁਣ ਕੇ ਕਿਸ ਤਰ੍ਹਾਂ ਦਾ ਇੱਕ ਸਾਈਕੋਲੋਜੀਕਲ ਅਸੀਂ ਕਹਿ ਸਕਦੇ ਹਾਂ ਇੰਪੈਕਟ ਇਹੋ ਜਿਹੇ ਵਿਕਟਮ ਤੇ ਹੋ ਸਕਦਾ ਹੈ, ਇਹਦੇ ਬਾਰੇ ਪਲੀਜ਼ ਸਾਨੂੰ ਥੋੜਾ ਜਿਹਾ ਦੱਸੋ। ਬਿਲਕੁਲ ਜੀ। ਇੱਕ ਤਾਂ ਜਦੋਂ ਆਪਣੇ ਕਮਿਊਨਿਟੀ 'ਚ ਹੁੰਦਾ ਹੈ, ਤਾਂ ਇਹ ਬਹੁਤ ਵੱਡੀ ਚੀਜ਼ ਹੈ ਕਿ ਇੱਕ ਜਨਾਨੀ ਜਿਹਨਾਂ ਆਪਣੇ ਵੈਲਿਊਜ਼ ਨਾਲ ਆਪਾਂ ਜਿਵੇਂ ਰੇਜ਼ ਹੁੰਦੇ ਆ ਵੀ ਘਰ ਦੀ ਗੱਲ ਘਰ 'ਚ ਰਵੇ, ਬਾਹਰ ਨਾ ਕੱਢੋ, ਇਹ ਆਪਣੇ ਅੰਦਰ ਦੱਸਿਆ ਜਾਂਦਾ ਹੈਗਾ। ਤੇ ਜੇ ਤੁਸੀਂ ਕਿਸੇ ਨਾਲ ਸ਼ੇਅਰ ਕਰਦੇ ਹੋ ਤਾਂ ਜਿਹੜਾ ਅਗਲਾ ਮੂਹਰਲਾ ਬੰਦਾ ਹੈਗਾ ਜੀ, ਉਹ ਤੁਹਾਨੂੰ ਕਹੇ ਕਿ ਨਹੀਂ ਜੀ ਇਹ ਤੈਨੂੰ ਆਪੇ ਹੀ ਕਰਨਾ ਪੈਣਾ ਹੈਗਾ, ਇਹ ਤਾਂ ਕੁਝ ਹੋ ਨਹੀਂ ਸਕਦਾ, ਤਾਂ ਇੱਕ ਵੱਡਾ ਧੱਕਾ ਤਾਂ ਉਸ ਦਾ ਹੀ ਲੱਗਦਾ। ਇੱਕ ਸਦਮਾ ਤਾਂ ਉਹਦਾ ਲੱਗਿਆ, ਪਹਿਲਾ ਸਦਮਾ ਵੀ ਘਰ ਦੇ ਹਾਲਾਤ ਨਹੀਂ ਚੰਗੇ, ਉਸ ਤੋਂ ਬਾਅਦ ਜੇ ਤੁਸੀਂ ਹੈਲਪ ਲੈਣ ਜਾਂਦੇ ਹੋ ਉੱਥੋਂ ਤੁਹਾਨੂੰ ਕੋਈ ਸਪੋਰਟ ਨਹੀਂ ਮਿਲਦੀ ਹੈ। ਸੋ ਇਟ ਇਜ਼ ਵੈਰੀ ਨੈਸੈਸਰੀ ਆਪਣੀ ਕਮਿਊਨਿਟੀ 'ਚ ਹੈਗਾ ਕਿ ਇਹ ਤਾਂ ਕਮਲਾ ਤਾਂ ਕੋਈ ਹੋ ਹੀ ਨਹੀਂ ਸਕਦਾ, ਹਨਾ। ਇਹ ਜੇ ਬਹੁਤੀ ਗੱਲ ਹੈ ਬੰਦਾ ਕਮਲਾ ਜਿਹਾ ਹੈਗਾ ਜੀ, ਇਹ 'ਚ ਡਿਪਰੈਸ਼ਨ ਨਹੀਂ ਹੁੰਦੀ ਹੈਗੀ ਹੈ। ਇਹ ਗੱਲਾਂ ਆਪਾਂ ਉਹੀ ਚਾਰ ਲਈਦੀਆਂ ਨੇ, ਇਹ ਅੱਜ ਜੇ ਇਸ ਤਰ੍ਹਾਂ ਫੀਲ ਕਰ ਰਿਹਾ ਤਾਂ ਕੱਲ ਨੂੰ ਠੀਕ ਹੋ ਜਾਊਗਾ, ਕੋਈ ਨਹੀਂ, ਹਨਾ ਵੀ। ਤੇ ਉਹ ਜਿਹੜੀਆਂ ਗੱਲਾਂ ਹਨ ਉਹ ਉਸ ਤਰ੍ਹਾਂ ਨਹੀਂ ਹੁੰਦੀਆਂ ਹਨ। ਵੀ ਹੈਵ ਟੂ ਪੁੱਟ ਐਨ ਓਪਨ ਫੋਰਮ ਐਂਡ ਡਿਸਕਸ ਥੀਸ, ਜਿਵੇਂ ਟੌਪਿਕਸ ਨੇ ਓਪਨਲੀ ਡਿਸਕਸ ਕਰਨੇ ਨੇ। ਇਹ ਤੁਸੀਂ ਦੱਸਿਆ ਜਿਵੇਂ ਡੋਮੈਸਟਿਕ ਵਾਇਲੈਂਸ ਇਜ਼ common to all the communities all across the world। ਜੀ ਆਪਾਂ ਕੋਈ ਜ਼ਿਆਦਾ ਯੂਨੀਕ ਨਹੀਂ ਹੈਗੇ ਕਿ ਆਪਣੀ ਕਮਿਊਨਿਟੀ 'ਚ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ, ਆਪਾਂ ਵੀ ਸਭ ਬੰਦੇ ਆ। ਉਸੇ ਤਰ੍ਹਾਂ ਦੇ ਜਿਹੇ ਜਿਹੇ ਹਾਲਾਤ ਦੂਜੀਆਂ ਕਮਿਊਨਿਟੀਆਂ 'ਚ ਨੇ ਉਹ ਆਪਣੀ ਕਮਿਊਨਿਟੀ 'ਚ ਵੀ ਹੈਗੇ ਨੇ। ਬਿਲਕੁਲ। ਤੇ ਆਪਾਂ ਨੂੰ we just have to take the proactive step to recognize it, to accept it, so that we don't reach ਇਸ ਪੁਆਇੰਟ ਤੱਕ ਜਿਸ ਪੁਆਇੰਟ ਤੱਕ ਇਹਨਾਂ ਮਨਦੀਪ ਕੌਰ ਜੀ ਨਾਲ ਹੋਇਆ। ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ। ਜਿਵੇਂ ਤੁਸੀਂ ਕਿਹਾ ਕਿ ਇਹ ਦੁਖਦਾਈ ਖਬਰ ਹੈ, ਪਰ ਹੁਣ ਇਸ ਦੁਖਦਾਈ ਖਬਰ ਤੋਂ ਜੇ ਆਪਾਂ ਕੁਝ ਸਿੱਖ ਸਕੀਏ ਤਾਂ ਕਿ ਇਹੋ ਜਿਹੀ ਭੈਣ ਕੋਈ ਹੋਰ ਨਾ ਇਸ ਤਰ੍ਹਾਂ ਕਰੇ, ਉਹਨਾਂ ਲਈ ਆਪਾਂ ਇਹ ਬੂਹਾ ਖੋਲੀਏ ਕਿ ਆਪਾਂ ਕਹੀਏ ਕਿ ਆਓ ਜੀ ਤੁਸੀਂ ਸਾਡੇ ਨਾਲ ਬੈਠੋ, ਅਸੀਂ ਸੁਣਦੇ ਹਾਂ। then we can help the couple, we can say ਕਿ ਮੈਰਿਟਲ ਕਾਉਂਸਲਿੰਗ ਕਰੀਏ ਆਪਾਂ। ਤੁਸੀਂ ਇੱਥੇ ਕਿਸੇ ਬੰਦੇ ਨਾਲ ਸਿਆਣੇ ਨਾਲ ਬੈਠ ਕੇ ਆਪਾਂ yes you want to solve the situation, but if it is not solvable then there should be another resolution to these kind of situation. We should be able to provide her a safe place ਜਿੱਥੇ ਉਹ ਕਹੇ ਕਿ ਹਾਂਜੀ ਮੈਂ ਇੱਥੇ ਸੇਫ ਪਲੇਸ, ਸੇਫ ਫੀਲ ਕਰਦੀ ਹਾਂ, ਆਪਣੇ ਬੱਚਿਆਂ ਨੂੰ ਸੇਫ ਕਰਦੀ ਹਾਂ। ਜੇ ਤੁਹਾਡੇ ਕੋਲ ਕੋਈ ਹੋਰ ਖੁੱਲ੍ਹਾ ਹੀ ਨਹੀਂ ਹੈਗਾ ਦਰਵਾਜ਼ਾ, then as I said ਆਪਣੀ ਜਾਨ ਲੈਣਾ ਬੰਦੇ ਲਈ ਬਹੁਤ ਔਖਾ ਹੈਗਾ। ਜੇ ਬੰਦਾ ਉਸ ਤੱਕ ਪਹੁੰਚਿਆ ਹੈਗਾ ਤਾਂ ਉਸ ਬੰਦੇ ਦੇ ਹਾਲਾਤ ਕਹੇ ਜਿਹੇ ਨੇ ਮਾਨਸਿਕ, ਇਹਦਾ ਕੋਈ ਬੰਦਾ ਅੰਦਾਜ਼ਾ ਨਹੀਂ ਲਗਾ ਸਕਦਾ। ਜੀ ਐਂਡ ਸਰਟਨਲੀ ਜਿਸ ਤਰ੍ਹਾਂ ਇਹ ਸਟੋਰੀ ਇਹਦੇ ਬਾਰੇ ਹੋਰ ਜਾਣਕਾਰੀ ਅੱਗੇ ਆ ਰਹੀ ਹੈ, ਦਿਨ ਬਰ ਦਿਨ ਸਾਨੂੰ ਇਹੀ ਪਤਾ ਲੱਗਦਾ ਹੈ ਕਿ ਮਨਦੀਪ ਕੌਰ ਦੇ ਹਾਲਾਤ ਕੁਝ ਇਹੋ ਜਿਹੇ ਹੀ ਸੀਗੇ, ਇੰਨੀ ਡੈਸਪਰੇਟ ਸਿਚੁਏਸ਼ਨ ਸੀਗੀ ਕਿ ਉਹਨਾਂ ਨੇ ਇਹ ਕਦਮ ਚੁੱਕਿਆ। ਡਾਕਟਰ ਗਰੇਵਾਲ, ਕਲੋਜ਼ਿੰਗ ਦੇ ਵਿੱਚ ਆਈ ਗੈਸ ਮੈਂ ਤੁਹਾਡੇ ਤੋਂ ਇੱਕ ਕਾਲ ਟੂ ਐਕਸ਼ਨ ਲੈਣਾ ਚਾਹਾਂਗੀ, ਬਿਕਾਜ਼ ਵਨਸ ਅਗੇਨ ਇਸ ਸਟੋਰੀ ਦੇ ਵਿੱਚ ਕਿੰਨੀ ਚੀਜ਼ਾਂ ਇਨਵੋਲਵਡ ਹੈ, ਜੁੜੀਆਂ ਹੋਈਆਂ, ਰਾਈਟ। ਇੱਕ ਤਾਂ ਇਹ ਮੈਂਟਲ ਹੈਲਥ ਦਾ ਇਸ਼ੂ ਬਹੁਤ ਵੱਡੇ ਲੈਵਲ 'ਤੇ ਅੱਜ ਸਾਰੇ ਹੀ ਇਹਦੇ ਬਾਰੇ ਸੋਚ ਰਹੇ ਹੈ ਕਿ ਅਗਰ ਕੋਈ ਸਾਡੀ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਐਕਸਪੀਰੀਅੰਸ ਤੋਂ ਲੰਘ ਰਿਹਾ, ਅਸੀਂ ਕੀ ਕਰ ਸਕਦੇ ਹਾਂ ਉਹਨਾਂ ਲਈ, ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ। ਬਟ ਇੱਕ ਹੋਰ ਚੀਜ਼ ਇੱਥੇ ਆਉਂਦੀ ਹੈ ਜੋ ਜ਼ਿਆਦਾ ਆਈ ਥਿੰਕ ਉਹ ਟੈਬੂ ਵਾਲੀ ਗੱਲ ਦੇ ਨਾਲ ਜੁੜੀ ਹੋਈ ਹੈ, ਰਾਈਟ। ਇੱਕ ਕਾਫੀ ਪਿਛਲੇ ਹਫਤੇ ਦੀ ਪ੍ਰੋਟੈਸਟ ਤੋਂ ਬਾਅਦ ਇੱਕ ਸਲੋਗਨ ਜਬ ਬਣ ਗਿਆ ਹੈ, ਇਟਸ ਬੈਟਰ ਟੂ ਹੈਵ ਅ ਡਿਵੋਰਸਡ ਡਾਟਰ ਦੈਨ ਅ ਡੈਡ ਡਾਟਰ। ਕਿ ਕੁਛ ਵੀ ਕਾਰਨ ਹੋਏ, ਅਗਰ ਨਹੀਂ ਨਿਭਦੀ, ਇੱਕ ਰਿਸ਼ਤਾ ਹੀ ਹੈ, ਡਿਵੋਰਸ ਕਰਾ ਲਓ ਇੰਸਟੈਡ ਆਫ ਕਿ ਤੁਸੀਂ ਕਿਸੇ ਨੂੰ ਪੁਸ਼ ਕਰ ਰਹੇ ਹੋ ਕਿ ਉਹ ਇੰਨੇ ਹੱਦ ਤੱਕ ਪਹੁੰਚਣ, ਭਾਵੇਂ ਉਹ ਆਪਣੀ ਜਾਨ ਲੈਣ ਜਾਂ ਉਹਨਾਂ ਦੀ ਜਾਨ ਨੂੰ ਕੋਈ ਵੀ ਇਹੋ ਜਿਹਾ ਖਤਰਾ ਹੋਵੇ ਇੱਕ ਰਿਲੇਸ਼ਨਸ਼ਿਪ ਕਰਕੇ। ਡਾਕਟਰ ਗਰੇਵਾਲ, ਕਲੋਜ਼ਿੰਗ ਦੇ ਵਿੱਚ ਜ਼ਰੂਰ ਮੈਂ ਚਾਹਾਂਗੀ ਐਜ਼ ਅ ਮੈਂਬਰ ਆਫ ਦ ਕਮਿਊਨਿਟੀ ਐਂਡ ਅ ਪ੍ਰੋਫੈਸ਼ਨਲ ਕਿ ਤੁਸੀਂ ਕੀ ਸਾਨੂੰ ਕਹਿ ਸਕਦੇ ਹੋ ਅਬਾਊਟ ਦ ਟੈਬੂ ਅਰਾਊਂਡ ਡਿਵੋਰਸ, ਕਿ ਸਾਨੂੰ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਣਾ ਚਾਹੀਦਾ, ਖਾਸ ਕਰਕੇ ਜਦੋਂ ਸਾਡੀ ਬੱਚੀਆਂ ਦੀ ਗੱਲ ਆਉਂਦੀ, ਸਾਡੀ ਬੇਟੀਆਂ ਦੀ ਗੱਲ ਆਉਂਦੀ ਹੈ, ਤਾਂ ਕਿ ਵਨਸ ਅਗੇਨ ਇਹੋ ਜਿਹੀ ਚੀਜ਼ ਫਿਰ ਨਾ ਵਾਪਰੇ। ਸਹੀ ਗੱਲ ਜੀ। I like that, more power to women, of course, and it is difficult in our community to be a single mother, to be a divorced woman, to even go around in the community and get that respect.
ਹੋਰ ਤਾਂ ਹੋਰ ਆਪਣੀਆਂ ਹੀ women ourselves probably don't look upon it as a good thing. Again, the tendency is to say, ਕਿਹਦਾ ਕਸੂਰ ਸੀਗਾ ਜੀ ਤੇ ਕਿਉਂ ਹੋਇਆ। ਆਪਾਂ ਨੂੰ ਹੁਣ ਇਸ ਗੱਲਾਂ ਤੋਂ ਉੱਤੇ ਉੱਠਣਾ ਪੈਣਾ ਹੈਗਾ। ਆਪਾਂ ਨੂੰ as a community, we have to rise above that. We have to educate our children like we are doing our daughters. I'm a perfect example of that. Then you give them power. You give them a safe place where it is okay to talk about these openly in your family and in your community. ताकि ਉਹ ਆ ਕੇ ਗੱਲ ਕਰ ਸਕਣ। ਜੇ ਉਹਦੇ ਚ resolution ਨਾਲ ਮਿਲ ਜਾਂਦਾ ਹੈ together, great. And if you cannot do it, you don't have to be in a sick marriage. You have to be in a healthy relationship. Yes, and whether that healthy relationship is in the marriage or not, it is okay. We just have to be there for them. And the first thing that we can do is ਕਿ ਆਪਾਂ ਨੂੰ ਇਸ ਦੇ ਵਿੱਚ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ। ਆਪਾਂ ਨੂੰ ਇੱਕ ਦੂਜੇ ਦੇ ਉੱਤੇ ਤੋਮਤਾਂ ਨਹੀਂ ਲਾਣੀਆਂ ਉਹਦੇ ਤੇ। ਜਦੋਂ ਇੱਕ ਦੂਜੇ ਤੇ ਉਂਗਲਾਂ ਨਾ ਚੱਕੀਏ, ਸਗੋਂ ਉਹਨਾਂ ਦੀ ਹੱਥ ਫੜੀਏ, ਉਹਨਾਂ ਦੀ ਬਾਹ ਫੜੀਏ, ਉਹਨਾਂ ਨੂੰ ਅੱਗੇ ਚੱਕੀਏ, ਉਹਨਾਂ ਨੂੰ ਵਧਾਈਏ, ਉਹਨਾਂ ਨੂੰ ਕਹੀਏ ਵੀ ਹਾਂ ਬੀਬਾ ਤੁਸੀਂ ਆਓ ਗੱਲ ਕਰੋ। ਜੇ ਕੋਈ ਬੱਚਾ ਹੋਰ ਹੈਗਾ ਉਹਨਾਂ ਨੂੰ ਗੱਲ ਕਰੋ। Domestic violence is an issue. Depression, mental health is an issue. Substance abuse is an issue. Absolutely. And there are any other issues that are common to any other community is also prevalent in our community. We just have to be more awoke to it and accept it and treat it. और ये हैगा भी चाबू ला के उन्हों पर थल्ले कर दिए थे कहिए जी हुणे है नहीं की नहीं अपा भी उसी तरह दे बंदे हैं। We just have to recognize and be proactive so that ये result ना आन। अपा जिਵੇਂ कहने हो कि I am glad that I have a alive daughter who is not dead, but it is okay that she's divorced. And if that is what it is going to be, we should be ready for it and we should accept that. Absolutely. Dr. Garewal, ਤੁਹਾਡੀ ਸਾਰੀ insights ਲਈ thank you so much. ਤੁਸੀਂ ਇੱਕ ਮਿਸਾਲ ਇੱਕ example set ਕਰ ਰਹੇ ਹੋ as an educated female ਜੋ ਕਿ ਸਿੱਖੀ ਨਾਲ ਕਮਿਊਨਿਟੀ ਦੇ ਸੱਭਿਆਚਾਰ ਨਾਲ ਜੁੜ ਕੇ ਵੀ ਇਹੋ ਜਿਹੀ ਚੀਜ਼ਾਂ ਕਹਿ ਰਹੇ ਹੋ ਜੋ ਕੋਈ ਆਮ ਤੌਰ ਤੇ ਖੁੱਲੇ ਇਹੋ ਜਿਹੇ ਪਲੇਟਫਾਰਮ ਤੇ ਨਹੀਂ ਕਹਿੰਦਾ। ਸੋ ਥੈਂਕ ਯੂ ਫॉर दैट ਫॉर ਬੀਇੰਗ ਸਟਰੋਂਗ ਇਨਫ ਟੂ ਸੇ ਥੀਸ ਥਿੰਗਸ ਐਂਡ ਸਾਡੀ ਉਮੀਦ ਹੈ ਕਿ ਵਿਊਅਰਸ ਤੁਹਾਨੂੰ ਚੰਗੀ ਤਰ੍ਹਾਂ ਸੁਣ ਰਹੇ ਹੈ, ਇਸ ਮੈਸੇਜ ਨੂੰ ਸੁਣ ਰਹੇ ਹੈ। ਥੈਂਕ ਯੂ once again for your time. Dr. Sophia Garewal, practicing in the field of psychiatry for over 20 years. Have a good rest of your evening, Dr. Garewal. Sat Sri Akal. Sat Sri Akal, and thank you Ashmita for giving me this opportunity. Thank you. Of course. ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। once again ਇਹ ਮਨਦੀਪ ਕੌਰ ਦਾ ਕੇਸ ongoing ਵੀ ਹੈ ਬਟ ਹਾਰਟ ਬ੍ਰੇਕਿੰਗ ਹੈ। ਸਾਨੂੰ ਜਿੱਥੇ ਦੁੱਖ ਮਹਿਸੂਸ ਹੁੰਦਾ ਹੈ ਉੱਥੇ ਸਾਨੂੰ ਗੁੱਸਾ ਵੀ ਆਉਣਾ ਚਾਹੀਦਾ ਹੈ ਕਿ ਇਹ ਚੀਜ਼ ਇਸ ਹੱਦ ਤੱਕ ਕਿਉਂ ਪਹੁੰਚੀ ਐਂਡ ਇਹ ਮੇਕ ਸ਼ੋਰ ਕਰਨਾ ਚਾਹੀਦਾ ਕਿ ਕਦੀ ਇਹੋ ਜਿਹੀ ਚੀਜ਼ ਨਾ ਫਿਰ ਹੋਏ ਸਾਡੀ ਕਮਿਊਨਿਟੀ ਦੇ ਵਿੱਚ। ਲਗਾਤਾਰ ਇਹ ਚੀਜ਼ਾਂ ਹੁੰਦੀਆਂ ਅਸੀਂ ਉਹਨਾਂ 'ਤੇ ਪਰਦਾ ਪਾ ਦਿੰਦੇ ਹਾਂ ਬਟ ਲੱਗਦਾ ਹੈ ਕਿ ਇਸ ਕੇਸ ਦੇ ਨਾਲ ਅਸੀਂ ਉਮੀਦ ਕਰਦੇ ਹਾਂ, ਆਸ ਰੱਖਦੇ ਹਾਂ ਕਿ ਸ਼ਾਇਦ ਕੋਈ ਬਦਲਾਵ ਆਏ ਸਾਡੀ ਕਮਿਊਨਿਟੀ ਦੇ ਵਿੱਚ, ਸਾਡੀ ਸੋਚ ਦੇ ਵਿੱਚ, ਤਾਂ ਕਿ ਕੋਈ ਵੀ ਵਿਕਟਮ ਜਦੋਂ ਅੱਗੇ ਆ ਕੇ ਕਹੇ ਕਿ ਮੈਨੂੰ ਹੈਲਪ ਦੀ ਲੋੜ ਹੈ ਅਸੀਂ ਉਹਨਾਂ ਦੀ ਹੈਲਪ ਕਰ ਪਾਈਏ। ਸਾਡੇ ਲਈ ਸਾਡੇ ਗੈਸਟ ਲਈ ਕੋਈ ਕੁਐਸਚਨਸ ਕਮੈਂਟਸ ਕੰਸਰਨਸ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।